ਆਖਿਆ ਜਾਂਦਾ ਹੈ ਭਈ ਅੱਜ ਦੇ ਦੌਰ ਦੇ ਵਿੱਚ ਹਰ ਸ਼ਰੀਫ ਆਦਮੀ ਆਪਣੀ ਬੇਗਮ ਦੇ ਕੋਲੋਂ ਆਪਣੀ ਬੀਵੀ ਦੇ ਕੋਲੋਂ ਜ਼ਰੂਰ ਡਰਦਾ ਹੈ। ਉਹ ਬਾਹਰ ਭਾਵੇਂ ਜਿੱਡਾ ਵੱਡਾ ਮਰਜ਼ੀ ਅਫਸਰ ਹੋਵੇ, ਕੋਈ ਬਾਦਸ਼ਾਹ ਹੋਵੇ, ਕੋਈ ਵਜ਼ੀਰ ਹੋਵੇ, ਪਰ ਬੇਗਮ ਅੱਗੇ ਉਹਦੀ ਘੱਟ ਹੀ ਚੱਲਦੀ ਹੈ। ਪਰ ਜਿਹੜੀਆਂ ਬੇਗਮਾਂ ਨੇ ਜਾਂ ਜਿਹੜੀਆਂ ਜ਼ਨਾਨੀਆਂ ਨੇ ਉਹ ਇੱਕੋ ਸ਼ੈ ਤੋਂ ਜ਼ਿਆਦਾ ਡਰਦੀਆਂ ਨੇ ਤੇ ਉਹ ਹੈ ਕਾਕਰੋਚ। ਹੁਣ ਵੇਖਣ ਨੂੰ ਤੇ ਇਹ ਨਿੱਕੀ ਜਿਹੀ ਸ਼ੈ ਹੈ, ਪਰ ਇਹਦੇ ਵਿੱਚ ਐਸਾ ਕੀ ਹੈ ਜਿਹਦੀ ਵਜ੍ਹਾ ਦੇ ਉੱਤੋਂ ਇਹ ਡਰਦੀਆਂ ਨੇ। ਖੈਰ ਇਹ ਤੇ ਇੱਕ ਮਜ਼ਾਕ ਦੀ ਗੱਲ ਸੀ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕਾਕਰੋਚ ਦੇ ਬਾਰੇ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜਿਹੜੀਆਂ ਯਕੀਨਨ ਤੁਹਾਡੇ ਵਾਸਤੇ ਨਵੀਆਂ ਹੋਣਗੀਆਂ। ਉਹਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਤੇ ਸਾਡਾ ਫੋਕਸ ਵੀ ਉਹਦੇ ਉੱਤੇ ਹੈ, ਉਹ ਹੈ ਭਈ ਕਾਕਰੋਚ ਦਾ ਜੇ ਸਿਰ ਲਾ ਵੀ ਦਿੱਤਾ ਜਾਵੇ ਤੇ ਉਹ ਫੇਰ ਵੀ ਜ਼ਿੰਦਾ ਰਹਿ ਸਕਦਾ ਹੈ। ਭਈ ਉਹ ਕਿਸ ਤਰ੍ਹਾਂ, ਆਓ ਤੁਹਾਨੂੰ ਦੱਸਦੇ ਹਾਂ। ਹੁਣ ਜਿਹੜੇ ਰਿਸਰਚਰਸ ਨੇ, ਜਿਹੜੇ ਸਾਇੰਸਦਾਨ ਨੇ, ਉਹਨਾਂ ਨੇ ਜਦੋਂ ਕਾਕਰੋਚ ਦੇ ਉੱਤੇ ਐਕਸਪੈਰੀਮੈਂਟ ਕੀਤੇ ਤੇ ਉਹਨਾਂ ਨੇ ਇਹ ਵੇਖਿਆ ਭਈ ਕਾਕਰੋਚ ਜਿਹੜਾ ਹੈ ਬਗੈਰ ਸਿਰ ਤੋਂ ਵੀ ਕਈ ਹਫ਼ਤਿਆਂ ਤੱਕ ਜ਼ਿੰਦਾ ਰਹਿ ਸਕਦਾ ਹੈ। ਹੁਣ ਇਹਦੀ ਕੀ ਵਜ੍ਹਾ ਹੈ? ਹੁਣ ਸਾਇੰਟੀਫਿਕਲੀ ਇਹ ਇਸ ਲਈ ਪੋਸੀਬਲ ਹੈ ਕਿਉਂ ਜੇ ਕਾਕਰੋਚ ਉਹਦਾ ਦਿਮਾਗ ਜਿਹੜਾ ਹੈ ਉਹ ਸਿਰ ਦੇ ਵਿੱਚ ਨਹੀਂ ਹੁੰਦਾ। ਜਿਵੇਂ ਤੁਹਾਡਾ ਸਾਡਾ ਦਿਮਾਗ ਸਿਰ ਦੇ ਵਿੱਚ ਹੁੰਦਾ ਹੈ, ਬਾਕੀ ਜਾਨਵਰਾਂ ਦਾ ਜਿਹੜਾ ਦਿਮਾਗ ਹੈ ਉਹ ਉਹਨਾਂ ਦੇ ਸਿਰ ਦੇ ਵਿੱਚ ਹੁੰਦਾ ਹੈ। ਪਰ ਜਦੋਂ ਅਸੀਂ ਕਾਕਰੋਚਾਂ ਦੀ ਗੱਲ ਕਰੀਏ ਤੇ ਕਾਕਰੋਚਾਂ ਦਾ ਦਿਮਾਗ ਜਿਹੜਾ ਹੈ ਉਹ ਉਹਨਾਂ ਦੇ ਢਿੱਡ ਦੇ ਵਿੱਚ ਹੁੰਦਾ ਹੈ। ਤੇ ਇਹ ਵੀ ਗੱਲ ਬਹੁਤ ਜ਼ਰੂਰੀ ਹੈ ਭਈ ਕੋਈ ਵੀ ਜਾਨਦਾਰ ਜਿਹੜਾ ਹੈ ਬਗੈਰ ਦਿਮਾਗ ਦੇ ਜ਼ਿੰਦਾ ਨਹੀਂ ਰਹਿ ਸਕਦਾ। ਹਾਂ, ਇਹਦੇ ਵਿੱਚ ਕੁਝ ਜਾਨਦਾਰ ਐਸੇ ਨੇ ਜਿਹੜੇ ਸਮੁੰਦਰ ਦੇ ਵਿੱਚ ਰਹਿੰਦੇ ਨੇ, ਉਹਨਾਂ ਦਾ ਦਿਮਾਗ ਨਹੀਂ ਹੁੰਦਾ ਪਰ ਉਹ ਜ਼ਿੰਦਾ ਰਹਿ ਸਕਦੇ ਨੇ। ਉਹਨਾਂ ਨੂੰ ਕੱਢ ਕੇ ਕਿਸੇ ਵੀ ਜਾਨਦਾਰ ਦਾ ਦਿਮਾਗ ਤੋਂ ਬਗੈਰ ਜ਼ਿੰਦਾ ਰਹਿਣਾ ਉਹ ਪੋਸੀਬਲ ਨਹੀਂ। ਹੁਣ ਗੱਲ ਕਰਾਂਗੇ ਅਸੀਂ ਕਾਕਰੋਚਾਂ ਬਾਰੇ। ਇਹਨਾਂ ਦੇ ਵਿੱਚ ਓਪਨ ਸਰਕੂਲੇਟਰੀ ਸਿਸਟਮ ਹੁੰਦਾ ਹੈ ਤੇ ਓਪਨ ਸਰਕੂਲੇਟਰੀ ਸਿਸਟਮ ਕੀ ਹੁੰਦਾ ਹੈ ਇਹਨੂੰ ਅਸੀਂ ਡਿਫਾਈਨ ਕਰਾਂਗੇ ਤੇ ਨਾਲੇ ਇਹਨਾਂ ਦਾ ਬਲੱਡ ਪ੍ਰੈਸ਼ਰ ਜਿਹੜਾ ਹੈ ਉਹ ਵੀ ਦੂਜਿਆਂ ਨਾਲੋਂ ਵੱਖਰਾ ਹੁੰਦਾ ਹੈ। ਇਹਨਾਂ ਦਾ ਜਿਹੜਾ ਸਰਕੂਲੇਟਰੀ ਸਿਸਟਮ ਹੈ ਯਾਨੀ ਸ਼ਰਿਆਨਾ ਦਾ ਨਿਜ਼ਾਮ ਹੈ ਉਹ ਬਹੁਤ ਸਾਦਾ ਹੁੰਦਾ ਹੈ। ਇਸ ਲਈ ਇਹਨਾਂ ਨੂੰ ਪੂਰੇ ਜਿਸਮ ਦੇ ਵਿੱਚ ਖੂਨ ਪਹੁੰਚਾਉਣ ਲੱਗਿਆਂ ਕੋਈ ਮੁਸ਼ਕਲ ਨਹੀਂ ਹੁੰਦੀ। ਤੇ ਜੇ ਤੁਸੀਂ ਇਹਨਾਂ ਦਾ ਸਿਰ ਵੱਢਦੇ ਹੋ ਤੇ ਬਿਲਕੁਲ ਥੋੜਾ ਜਿਹਾ ਖੂਨ ਵਗੇਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਗਲੇ ਤੋਂ ਇਹ ਖੂਨ ਵਗਣਾ ਆਪੇ ਹੀ ਬੰਦ ਹੋ ਜਾਵੇਗਾ। ਪਰ ਹੈਰਾਨੀ ਦੀ ਗੱਲ ਇਹ ਹੈ ਭਈ ਉਹ ਫੇਰ ਵੀ ਸਾਹ ਲੈਂਦੇ ਰਹਿਣਗੇ। ਹੁਣ ਕਾਕਰੋਚਾਂ ਦਾ ਜਿਸਮ ਇਸ ਤਰੀਕੇ ਦੇ ਨਾਲ ਬਣਿਆ ਹੁੰਦਾ ਹੈ ਕਿ ਇਹਨਾਂ ਦਾ ਦਿਮਾਗ ਜਿਹੜਾ ਹੈ ਇਹਨਾਂ ਦੀਆਂ ਸਾਹਾਂ ਨੂੰ ਕੰਟਰੋਲ ਨਹੀਂ ਕਰਦਾ, ਬਲਕਿ ਕਾਕਰੋਚ ਦੇ ਜਿਸਮ ਦੇ ਉੱਤੇ ਨਿੱਕੇ-ਨਿੱਕੇ ਮੁxtਲਿਫ ਜਗ੍ਹਾ ਦੇ ਉੱਤੇ ਸੁਰਾਖ ਬਣੇ ਹੁੰਦੇ ਨੇ ਜਿਹੜੇ ਕਿ ਜਿਸਮ ਦੇ ਟਿਸ਼ੂਜ਼ ਨੇ ਉਹਨਾਂ ਨੂੰ ਡਾਇਰੈਕਟ ਆਕਸੀਜਨ ਜਿਹੜੀ ਏ ਉਹ ਪ੍ਰੋਵਾਈਡ ਕਰਦੇ ਨੇ। ਇਸ ਕਰਕੇ ਇਹਨਾਂ ਨੂੰ ਕਿਸੇ ਦੂਸਰੇ ਸਿਸਟਮ ਦੇ ਉੱਤੇ ਫੋਕਸ ਨਹੀਂ ਕਰਨਾ ਪੈਂਦਾ। ਹੁਣ ਬਹੁਤ ਸਾਰੇ ਕੀੜੇ ਇਹੋ ਜਿਹੇ ਨੇ ਜਿਹੜੇ ਬਗੈਰ ਖਾਧਿਆਂ ਪੀਤਿਆਂ ਬੜੇ ਲੰਮੇ ਅਰਸੇ ਤੱਕ ਜ਼ਿੰਦਾ ਰਹਿ ਸਕਦੇ ਨੇ ਤੇ ਤੁਹਾਨੂੰ ਦੱਸੀਏ ਕਿ ਕਾਕਰੋਚ ਵੀ ਉਹਨਾਂ ਦੇ ਵਿੱਚੋਂ ਹੀ ਇੱਕ ਹੈ। ਇਹ ਬਗੈਰ ਕੁਝ ਖਾਧਿਆਂ ਪੀਤਿਆਂ ਕਈ ਹਫ਼ਤੇ ਜ਼ਿੰਦਾ ਰਹਿ ਸਕਦਾ ਹੈ। ਤੇ ਇਹ ਉਹ ਜਾਨਦਾਰ ਹੁੰਦੇ ਨੇ ਜਿਹੜੇ ਕਾਫੀ ਅਰਸੇ ਤੱਕ ਬਗੈਰ ਖਾਧਿਆਂ ਪੀਤਿਆਂ ਜ਼ਿੰਦਾ ਰਹਿ ਸਕਣ। ਉਹਨਾਂ ਨੂੰ ਕੋਲਡ ਬਲੱਡਡ ਜਾਨਦਾਰ ਆਖਿਆ ਜਾਂਦਾ ਹੈ। ਇਸ ਲਈ ਇਹਨਾਂ ਨੂੰ ਖੁਰਾਕ ਦੀ ਜਾਂ ਪਾਣੀ ਦੀ ਲੋੜ ਨਹੀਂ ਹੁੰਦੀ। ਇਸ ਲਈ ਬਗੈਰ ਖਾਧਿਆਂ ਪੀਤੇ ਇਹ ਬਹੁਤ ਲੰਮਾ ਅਰਸਾ ਕੱਢ ਸਕਦੇ ਨੇ। ਹੁਣ ਤੁਸੀਂ ਜ਼ਰੂਰ ਸੋਚਦੇ ਹੋਵੋਗੇ ਕਿ ਜੇ ਇਹੋ ਜਿਹੀ ਗੱਲ ਹੈ ਤੇ ਫਿਰ ਕਾਕਰੋਚ ਮਰਦੇ ਕਿਉਂ ਨੇ? ਕਾਕਰੋਚ ਜਿਹੜੇ ਨੇ ਉਹ ਬਹੁਤੇ ਇਨਸਾਨਾਂ ਦੇ ਹੱਥੋਂ ਜਾਂ ਦੂਜੇ ਜਾਨਦਾਰਾਂ ਦੇ ਹੱਥੋਂ ਮਰਦੇ ਨੇ ਤੇ ਜਦੋਂ ਆਪੇ ਇਹਨਾਂ ਦੀ ਮੌਤ ਹੁੰਦੀ ਹੈ ਉਹ ਜਾਂ ਤੇ ਫਿਰ ਕਿਸੇ ਬੈਕਟੀਰੀਆ ਦੀ ਵਜ੍ਹਾ ਤੋਂ ਹੁੰਦੀ ਹੈ ਤੇ ਜਾਂ ਫਿਰ ਕਿਸੇ ਵਾਇਰਸ ਦੇ ਕਾਰਨ। ਤੇ ਜੇ ਤੁਸੀਂ ਉਹਦਾ ਗਾਟਾ ਲਾ ਦਿਓਗੇ, ਜੇ ਤੁਸੀਂ ਉਹਦੀ ਤੌਣ ਲਾ ਦਿਓਗੇ ਤੇ ਇਹਦੀ ਮੌਤ ਜਿਹੜੀ ਏ ਇਹ ਸਾਹ ਰੁਕਣ ਦੇ ਨਾਲ ਨਹੀਂ ਹੋਵੇਗੀ ਤੇ ਨਾ ਹੀ ਖੂਨ ਵਗਣ ਦੇ ਨਾਲ ਹੋਵੇਗੀ, ਬਲਕਿ ਇਹਦੀ ਜਿਹੜੀ ਮੌਤ ਹੈ ਉਹ ਹੋਵੇਗੀ ਖੁਰਾਕ ਨਾ ਲੱਭਣ ਦੀ ਵਜ੍ਹਾ ਤੋਂ। ਪਰ ਫਿਰ ਵੀ ਇਹ ਵਾਵਾ ਅਰਸਾ ਜ਼ਿੰਦਾ ਰਹਿ ਸਕਣਗੇ। ਇਹ ਸੀ ਸਾਡੀ ਨਿੱਕੀ ਜਿਹੀ ਇਨਫੋਰਮੇਸ਼ਨ ਕਾਕਰੋਚਾਂ ਦੇ ਬਾਰੇ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਤੇ ਜੇ ਵੀਡੀਓ ਪਸੰਦ ਆਵੇ ਤੇ ਆਪਣੀ ਰਾਏ ਕਮੈਂਟਸ ਦੇ ਵਿੱਚ ਜ਼ਰੂਰ ਦਿਆ ਕਰੋ।